अथाह समुंदर ਜਿਹਦਾ ਨਾ ਕੋਈ ਉਰਲਾ ਕੰਢਾ ਨਾ ਪਰਲਾ ਕੰਢਾ, ਨਾ ਡੂੰਘਾਈ ਦੀ ਥਾਂ ਪਾਈ ਜਾ ਸਕਦੀ। ਉਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਗੱਲ ਹੋ ਨਹੀਂ ਸਕਦੀ। ਉਹਨਾਂ ਦੇ ਪੈੜ ਦੀ ਵੀ ਗੱਲ ਹੋ ਨਹੀਂ ਸਕਦੀ, ਪਰ ਆਪਾਂ ਐਵੇਂ ਓੜ ਪੋੜ ਜਿਹਾ ਅਥਾਹ ਸਮੁੰਦਰ ਵਿੱਚੋਂ ਕੋਈ ਕੋਈ ਬੁਲਬੁਲਾ ਜੋ ਆਪਣੀ ਨਜ਼ਰੀ ਪੈਂਦਾ ਉਹਦੇ ਤੇ ਝਾਤ ਮਾਰਨੀ। ਕਿ ਜਦੋਂ 1699 ਦੀ ਵਿਸਾਖੀ ਤੇ ਖਾਲਸਾ ਪ੍ਰਗਟ ਕੀਤਾ, 40,000 ਸਿੱਖ ਇਕੱਠੇ ਹੋਏ। ਉਸੇ ਦਿਨ ਹੀ, ਹਾਂਜੀ, ਪਹਿਲਾਂ ਤੇ ਜਦੋਂ ਮਹਾਰਾਜ ਜੀ ਹੋਰਾਂ ਆਵਾਜ਼ ਦਿੱਤੀ ਉਦੋਂ ਤੇ ਸਿਰਫ 5 ਉੱਠੇ ਨਾ, ਤੇ ਫਿਰ ਜਦੋਂ ਪਤਾ ਲੱਗਾ ਕਿ ਕੌਤਕ ਕੀ ਸੀ, ਫਿਰ ਉਹਨਾਂ 40,000 ਸਿੱਖਾਂ ਵਿੱਚੋਂ 20,000 ਸਿੱਖਾਂ ਨੇ ਉਸੇ ਵਕਤ ਅੰਮ੍ਰਿਤ ਛਕਿਆ। 20,000 ਔਰ ਅੰਮ੍ਰਿਤ ਦੀ ਇੰਨੀ ਮਹਿਮਾ 4 ਚੁਫੇਰੇ ਖਿਲਰੀ ਕਿ ਵਹੀਰਾਂ ਦੀਆਂ ਵਹੀਰਾਂ ਅਨੰਦਪੁਰ ਸਾਹਿਬ ਰੋਜ਼ ਆਉਂਦੀਆਂ ਅੰਮ੍ਰਿਤ ਛਕਣ, ਤੇ 4 ਚੁਫੇਰੇ ਖਾਲਸਾ ਹੀ ਖਾਲਸਾ। ਦਿੱਲੀ ਦਰਬਾਰ ਨੂੰ ਖਬਰ ਹੋਈ, ਮਹਾਰਾਜ ਜੀ ਹੋਰਾਂ ਹੁਕਮ ਕੀਤੇ ਹੋਏ ਸਨ ਕਿ ਸੋਹਣੇ ਘੋੜੇ ਔਰ ਬਹੁਤ ਵਧੀਆ ਹਥਿਆਰ ਸੰਗਤਾਂ ਲੈ ਕੇ ਆਉਣ। ਉਹ ਦਿੱਲੀ ਦਰਬਾਰ ਤੱਕ ਇਹ ਖਬਰ ਪਹੁੰਚ ਗਈ ਸੀ ਕਿ ਮਹਾਰਾਜ ਜੀ ਫੌਜ ਪੈਦਾ ਕਰ ਰਹੇ ਹਨ, ਫੌਜ ਬਣਾ ਰਹੇ ਹਨ। ਤੇ ਕੋਈ ਲੁਕ ਛਿਪ ਕੇ ਨਹੀਂ, ਸਭ ਦੇ ਸਾਹਮਣੇ ਘੋੜੇ ਲਿਆਓ, ਬਹੁਤ ਵਧੀਆ ਹਥਿਆਰ ਲਿਆਓ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਰਾਜੇ ਕਦੀ ਨਹੀਂ ਮੰਨਣ ਲੱਗੇ ਕਿ ਉਹਨਾਂ ਦੇ ਹੱਥੋਂ ਉਹ ਪਾਵਰ ਜਾਂਦੀ ਰਹੇ। ਮਹਾਰਾਜ ਜੀ ਇਨਸਾਨ ਨੂੰ ਦਿਖਾਉਣ ਆਏ ਸੀ ਜੋ ਅੱਜ ਵੀ ਹਨ ਹਮੇਸ਼ਾ ਸਲਾਮਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ, ਕਿ ਮਾਨਸ ਦੇ ਹੀ ਬਹੁਤ ਕੀਮਤੀ, ਜਿਸ ਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ, ਤੇ ਸਿਰਫ ਇਸ ਦੇਹੀ ਵਿੱਚ ਸੱਚ ਨੂੰ ਮਿਲਿਆ ਜਾ ਸਕਦਾ ਹੈ। ਤੇ ਸੱਚ ਨੂੰ ਮਿਲਣ ਵਾਸਤੇ ਜ਼ਰੂਰੀ ਹੈ ਕਿ ਕਿਸੇ ਦੀ ਗੁਲਾਮੀ ਨਾ ਹੋਵੇ। ਸੱਚ ਨੂੰ ਮਿਲਣ ਲਈ ਸੱਚ ਵਰਗੇ ਹੀ ਹੋਣਾ ਪੈਂਦਾ, ਨਿਰਭਉ ਹੋਣਾ ਪੈਂਦਾ, ਨਿਰਵੈਰ ਹੋਣਾ ਪੈਂਦਾ। ਤੇ ਜਿੰਨਾ ਚਿਰ ਗੁਲਾਮੀ ਹੋਏਗੀ, ਨਿਰਭਉ ਕਿਸ ਤਰ੍ਹਾਂ ਹੋਏਗਾ ਪ੍ਰਾਣੀ? ਨਾਮ ਜਪਣ ਤੋਂ ਬਿਨਾਂ। ਸੋ ਬਾਹਰਲੀ ਗੁਲਾਮੀ ਨਹੀਂ, ਕਿਸੇ ਆਦਮੀ ਦੀ ਗੁਲਾਮੀ, ਕਿਸੇ ਇਨਸਾਨ ਦੀ ਗੁਲਾਮੀ ਨਹੀਂ ਚੱਲਣੀ, ਔਰ ਮਨ ਦੀ ਗੁਲਾਮੀ ਨਹੀਂ ਚੱਲਣੀ। ਤੇ ਮਹਾਰਾਜ ਜੀ ਹੋਰਾਂ ਦਿਖਾਇਆ ਕਿ ਇਹਨਾਂ ਗੁਲਾਮੀਆਂ ਦੀ ਮੌਤ, ਇਹਨਾਂ ਗੁਲਾਮੀਆਂ ਦੀ ਜ਼ਿੰਦਗੀ ਨਾਲੋਂ ਮੌਤ ਕਿਤੇ ਚੰਗੀ ਹੈ। ਕਿ ਜਿਹਦੀ ਇਸ ਕਰਕੇ ਮੌਤ ਹੋਏਗੀ, ਉਹਨੂੰ ਮਾਨਸ ਦੇਹੀ ਫਿਰ ਮਿਲੇਗੀ। ਤੇ ਜੇ ਇਸ ਜ਼ਿੰਦਗੀ ਵਿੱਚ ਗੁਲਾਮੀ ਹੀ ਗੁਲਾਮੀ ਹੈ, ਤੇ ਇਹਦੇ ਨਾਲੋਂ ਚੰਗਾ ਹੈ ਕਿ ਹੋਰ ਜ਼ਿੰਦਗੀ ਮਿਲੇ
ਜਿਹਦੇ ਵਿੱਚ ਸ਼ਾਇਦ ਗੁਲਾਮੀ ਨਾ ਹੋਵੇ। 1699 ਤੋਂ 1704 ਸਿਰਫ 4 ਸਾਲਾਂ ਵਿੱਚ ਇੰਨਾ ਖਾਲਸੇ ਦਾ ਬੋਲਬਾਲਾ ਕਿ ਪਹਾੜੀ ਰਾਜੇ ਸਹਿਮ ਗਏ। 22 ਧਾਰ ਦੇ ਰਾਜੇ, 22 ਧਾਰਾਂ ਪਹਾੜਾਂ ਦੇ ਵਿੱਚੋਂ ਦੀ, ਪਹਾੜਾਂ ਦੇ ਵਿੱਚ ਜਿੱਥੇ ਕੋਈ ਪਾਣੀ ਦੀ ਤਾਰ ਵਗਦੀ, ਜਦੋਂ ਬਾਰਿਸ਼ ਹੁੰਦੀ ਜਾਂ ਬਰਫ਼ ਪਿਘਲਦੀ, ਤੇ ਉਹ ਤਾਰਾਂ ਹੀ ਉਹਨਾਂ ਰਾਜਿਆਂ ਦੀਆਂ, ਰਾਜਿਆਂ ਦੇ ਰਾਜ ਦੀ ਬਾਉਂਡਰੀ ਕੀ ਹੁੰਦਾ ਜੀ, ਹੱਦ ਹੁੰਦੀ ਸੀ। ਇਸ ਕਰਕੇ ਉਹਨਾਂ ਨੂੰ 22 ਧਾਰ ਦੇ ਰਾਜੇ ਮੀਨਸ ਕਿ 22 ਰਾਜੇ ਸਨ, ਤੇ ਉਹਨਾਂ ਦੇ ਰਾਜ ਦੀਆਂ ਜੋ ਰਾਜ ਵੰਡਿਆ ਇਸ ਤਰ੍ਹਾਂ ਹੋਇਆ ਸੀ, ਕਿਉਂਕਿ ਪਹਾੜਾਂ ਵਿੱਚ ਕੋਈ ਲਕੀਰ ਨਹੀਂ ਵੱਜ ਸਕਦੀ, ਇਸ ਲਈ ਜਿੱਥੋਂ ਦੀ ਪਾਣੀ ਵਗਦਾ ਹੁੰਦਾ ਸੀ ਉਹੀ ਦਰਿਆਵਾਂ ਵਾਂਗੂ ਉਹੀ ਉਹਨਾਂ ਦੀਆਂ ਸੀਮਾ ਸਨ। ਇਹ ਰਾਜੇ ਸਹਿਮ ਗਏ ਤੇ ਦਿੱਲੀ ਦਰਬਾਰ ਨੂੰ ਖੁਸ਼ ਕਰਨ ਵਾਸਤੇ ਮਹਾਰਾਜ ਜੀ ਹੋਰਾਂ ਦੇ ਵਿਰੁੱਧ ਸੁਨੇਹੇ ਭੇਜਣੇ ਕਿ ਤੁਹਾਡੇ ਬਾਗੀ ਹਨ। ਇਹਨਾਂ ਰਾਜਿਆਂ ਨੇ ਵੀ ਕਦੀ ਸੁਲ੍ਹਾ ਕਰ ਲੈਣੀ ਮਹਾਰਾਜ ਜੀ ਹੋਰਾਂ ਨਾਲ, ਕਦੇ ਫੇਰ ਦਿੱਲੀ ਦਰਬਾਰ ਵੱਲ ਦੌੜਨਾ। ਤੇ ਫਿਰ ਇੱਕ ਵਾਰ ਇਸ ਤਰ੍ਹਾਂ ਹੋਈ ਕਿ ਇਹਨਾਂ ਨੂੰ ਬਹੁਤ ਖਤਰਾ ਪੈਦਾ ਹੋ ਗਿਆ। ਪੰਜਾਬ ਵਿੱਚ ਵੀ ਜੋ ਬਾਕੀ ਸਾਰੇ ਮੁਸਲਮਾਨ ਰਾਜ ਸਨ, ਸਰਹੰਦ ਤੇ ਮਲੇਰਕੋਟਲੇ ਤੇ ਲਾਹੌਰ, ਸਾਰੇ ਪੰਜਾਬ ਵਿੱਚ ਸੂਬੇਦਾਰ, ਇਹਨਾਂ ਸਾਰਿਆਂ ਨੇ ਮਿਲ ਕੇ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਨੂੰ। ਪਹਿਲਾਂ ਤਾਂ ਲੜਾਈ ਹੁੰਦੀ ਰਹੀ ਕਈ ਮਹੀਨੇ, ਜਿਹਦੇ ਵਿੱਚ ਉਹ ਇੱਧਰ ਵੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੁਣ ਕੇ ਸਾਰੇ ਹਿੰਦੁਸਤਾਨ 'ਚੋਂ ਸਿੱਖ, ਜੋ ਸੂਰਮੇ ਸਿੱਖ ਸੀ, ਉਹ ਤਕਰੀਬਨ 12,000 ਦੀ ਗਿਣਤੀ ਵਿੱਚ ਅਨੰਦਪੁਰ ਸਾਹਿਬ ਇਕੱਠੇ ਹੋ ਗਏ। 5 ਕਿਲੇ ਮਹਾਰਾਜ ਜੀ ਹੋਰਾਂ ਬਣਾਏ ਹੋਏ ਸੀ, ਉਹਨਾਂ ਕਿਲਿਆਂ 'ਚ ਇਹਨਾਂ ਸਿੰਘਾਂ ਨੂੰ ਵੰਡ ਦਿੱਤਾ ਗਿਆ। ਤੇ ਇੰਨੇ ਸੂਰਬੀਰ ਸਨ ਕਿ ਉਹਨਾਂ ਦੀ ਕੋਈ ਪੇਸ਼ ਨਹੀਂ ਜਾਣ ਦਿੰਦੇ ਸੀ। ਆਖਰ ਉਹਨਾਂ ਨੇ ਸੋਚਿਆ ਕਿ ਅਨੰਦਪੁਰ ਨੂੰ ਘੇਰਾ ਪਾਇਆ ਜਾਵੇ, ਰਸਤ ਪਾਣੀ ਬਾਹਰੋਂ ਬੰਦ ਕੀਤਾ ਜਾਵੇ, ਤੇ ਇੱਕ ਦਿਨ ਆਪੇ ਹਥਿਆਰ ਸੁੱਟ ਦੇਣਗੇ। ਹੁਣ ਬਾਹਰ ਘੇਰਾ ਪਾ ਕੇ ਬੈਠਣਾ ਬਹੁਤ ਮਹਿੰਗਾ ਪੈਂਦਾ ਸੀ, ਲੱਖਾਂ ਦਾ ਰੋਜ਼ ਖਰਚ। ਉਧਰ ਔਰੰਗਜ਼ੇਬ ਦੱਖਣ ਵਿੱਚ ਮਰਾਠਿਆਂ ਨੇ ਬਗਾਵਤ ਕੀਤੀ ਹੋਈ ਸੀ, ਉਧਰ ਲੜ ਰਿਹਾ ਸੀ। ਇੱਧਰ ਜਦੋਂ ਰਸਤ ਪਾਣੀ ਖਤਮ ਹੋ ਗਿਆ ਸਿੰਘਾਂ ਦਾ, ਤੋਂ ਰਾਤ ਨੂੰ ਜਾ ਕੇ ਮੁਸਲਮਾਨਾਂ ਫੌਜਾਂ ਦਾ ਰਸਤ ਪਾਣੀ ਚੁੱਕ ਲਿਆਉਂਦੇ। ਹੌਲੀ ਹੌਲੀ ਉਹ ਦਿਨ ਆ ਗਏ ਕਿ ਅਨੰਦਪੁਰ ਸਾਹਿਬ ਦੇ ਜੋ ਜਨਤਾ ਸੀ ਸ਼ਹਿਰ ਵਿੱਚ ਵਸਦੀ, ਉਹਨਾਂ ਦਾ ਵੀ ਰਸਤ ਪਾਣੀ ਖਤਮ ਹੋ ਗਿਆ। ਛੋਟੇ ਛੋਟੇ ਬੱਚੇ ਘਰਾਂ ਵਿੱਚ। ਮੁਸਲਮਾਨ ਫੌਜਾਂ ਨੂੰ ਵੀ ਇਹੀ ਕਿ ਇਹ ਤੇ ਬਹੁਤ ਮਹਿੰਗਾ ਪੈਂਦਾ ਹੈ, ਇਹਨਾਂ ਨਾਲ ਸੁਲ੍ਹਾ, ਇਹਨਾਂ ਨੂੰ ਕਿਸੇ ਦਗੇ ਵਿੱਚ ਨਾਲ ਹੀ ਖਤਮ ਕੀਤਾ ਜਾਵੇ। ਉਹਨਾਂ ਕਸਮਾਂ ਆਪਾਂ ਜਾਣਦੇ ਹਾਂ, ਸਾਰਾ ਇਤਿਹਾਸ ਜ਼ਰੂਰ ਪੜ੍ਹਨਾ ਚਾਹੀਦਾ ਹੈ ਜੀ ਆਪਾਂ ਸਾਰਿਆਂ ਨੂੰ। ਲੂੰ ਕੰਡੇ ਹੋ ਜਾਣਗੇ ਕਿ ਇਸ ਤਰ੍ਹਾਂ ਦੇ ਵੀ ਦਿਨ ਸੱਚੀ ਮੁੱਚੀ ਆਏ ਸੀ, ਕਿ ਸੱਚੀ ਮੁੱਚੀ ਇਹੋ ਜਿਹੇ ਦਿਨ ਆਏ ਸਨ।
ਮਾਤਾ ਜੀਤ ਕੌਰ ਜੀ ਹੋਰਾਂ ਨੂੰ ਸਮਾਧੀ ਵਿੱਚ ਪਰਮਾਤਮਾ ਨੇ ਦਿਖਾ ਦਿੱਤਾ ਸੀ ਕਿ ਜੋ ਕੁਛ ਹੋਣ ਵਾਲਾ ਹੈ। ਉਹਨਾਂ ਨੇ ਮਹਾਰਾਜ ਜੀ ਹੋਰਾਂ ਨੂੰ ਬੇਨਤੀ ਕੀਤੀ ਕਿ ਜੀ ਮੈਂ ਦੇਖਿਆ ਹੈ ਕਿ ਵੱਡੇ ਸਾਹਿਬਜ਼ਾਦੇ ਇੱਕ ਬਹੁਤ ਵੱਡੇ ਭਿਆਨਕ ਯੁੱਧ ਵਿੱਚ ਸ਼ਹੀਦ ਹੁੰਦੇ ਹਨ ਤੇ ਛੋਟੇ ਕੰਧਾਂ ਵਿੱਚ ਚਿਣੇ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਾਂਜੀ ਇਸ ਤਰ੍ਹਾਂ ਹੀ ਹੋਣਾ। ਕਹਿਣ ਲੱਗੇ ਮੈਂ ਤੇ ਦੇਖ ਨਹੀਂ ਸਕਦੀ। ਕਹਿੰਦੇ ਕਿ ਤੁਸੀਂ ਫਿਰ ਹੁਣੇ ਚੋਲਾ ਤਿਆਗ ਦਿਓ। ਉਹਨਾਂ ਨੇ ਕੇਸੀ ਇਸ਼ਨਾਨ ਕਰਕੇ ਨਵੇਂ ਕੱਪੜੇ ਪਹਿਨ ਕੇ ਇੱਕ ਪਲੰਗ ਤੇ ਲੇਟ ਗਏ। ਚਿੱਟੀ ਚਾਦਰ ਤਾਣ ਕੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਸਰੀਰ ਤਿਆਗ ਦਿੱਤਾ। ਹੁਣ ਜਦੋਂ ਮੁਸਲਮਾਨ ਵੀ ਚਾਹੁੰਦੇ ਹਨ ਕਿ ਤੇ ਇਸ ਤਰ੍ਹਾਂ ਅਸੀਂ ਇਹਨਾਂ ਦਾ ਕੁਛ ਵੀ ਨਹੀਂ ਵਿਗਾੜ ਸਕੇ। ਅਨੰਦਪੁਰ ਸਾਹਿਬ ਵਿੱਚ ਰਹਿੰਦੇ ਲੋਕਾਂ ਨੇ ਵੀ ਮਹਾਰਾਜ ਜੀ ਹੋਰਾਂ ਤੇ ਪ੍ਰੈਸ਼ਰ ਪਾਇਆ ਕਿ ਜੀ ਤੁਸੀਂ, ਉਹ ਆਖਦੇ ਹਨ ਕਿ ਤੁਸੀਂ ਚਲੇ ਜਾਓ, ਕੁਛ ਨਹੀਂ ਕਹਿਣਗੇ ਤੇ ਤੁਸੀਂ ਚਲੇ ਜਾਓ, ਸਾਡੇ ਬੱਚੇ ਭੁੱਖੇ ਮਰ ਜਾਣਗੇ। ਕੁਛ ਫੌਜ, ਖਾਲਸਾ ਫੌਜ ਨੇ ਵੀ ਮਾਤਾ ਜੀ ਨੂੰ ਮਨਾ ਲਿਆ ਕਿ ਇਹਦੇ ਵਿੱਚ ਭਲਾ ਹੈ, ਆਪਾਂ ਇੱਥੋਂ ਚਲੇ ਜਾਈਏ। ਮਾਤਾ ਜੀ ਵੀ ਇਸ ਹੱਕ ਵਿੱਚ ਹੋ ਗਏ। ਮਹਾਰਾਜ ਜੀ ਇਹੀ ਕਹਿੰਦੇ ਰਹੇ ਕਿ ਸਿਰਫ 8 ਦਿਨ ਹੋਰ ਠਹਿਰ ਜਾਓ। ਪਰ ਸ਼ਹਿਰ ਦੇ ਲੋਕਾਂ ਦਾ ਰੋਂ ਦੇਖ ਕੇ ਤੇ ਆਪਣੇ ਹੀ ਕੁਝ ਸਿੰਘ ਸਭ ਕੁਝ ਜਾਣਦੇ ਹੋਏ ਕਿ ਬਾਹਰ ਕੀ ਹੋਣਾ ਹੈ, ਫਿਰ ਵੀ ਉਹਨਾਂ ਨੇ ਉਹਨਾਂ ਦੀ ਗੱਲ ਮੰਨ ਕੇ ਮੁਸਲਮਾਨਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ। ਆਟੇ ਦੀ ਗਊ ਬਣਾ ਕੇ ਹਿੰਦੂ ਰਾਜਿਆਂ ਨੇ ਕਸਮਾਂ ਖਾਧੀਆਂ। ਦਿੱਲੀ ਤੋਂ ਚਿੱਠੀ ਆਈ ਜਿਹੜੀ ਕਿ ਔਰੰਗਜ਼ੇਬ ਵੱਲੋਂ ਲਿਖੀ ਹੋਈ ਦੱਸੀ ਗਈ ਸੀ, ਜਿਸ ਵਿੱਚ ਉਸਨੇ ਕੁਰਾਨ ਦੀ ਕਸਮ ਖਾਧੀ। ਬਾਅਦ ਵਿੱਚ ਭਾਵੇਂ ਇਸ ਗੱਲ ਤੇ ਸ਼ੁਬਾ ਹੋਇਆ ਕਿ ਸ਼ਾਇਦ ਉਹਨਾਂ ਨੇ ਆਪ ਹੀ ਮੌਲਾਨਿਆਂ ਨੇ ਲਿਖ ਲਈ ਸੀ, ਪਰ ਮਤਲਬ ਉਹਦਾ ਕੋਈ ਨਹੀਂ ਸੀ। ਬਹੁਤ ਲੰਮੀ ਕਹਾਣੀ, ਬਹੁਤ ਦਰਦਨਾਕ, ਕਿ ਜਦੋਂ ਇਹਨਾਂ ਦਿਨਾਂ 'ਚ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡਦੇ ਪੰਜ 100 ਸਿੰਘ ਨਾਲ ਹਨ ਤੇ ਕਿਸ ਤਰ੍ਹਾਂ ਉਹਨਾਂ ਨੇ ਮਗਰੋਂ ਹਮਲਾ ਬੋਲ ਦਿੱਤਾ। ਮਹਾਰਾਜ ਜੀ ਕੁਝ ਸਿੰਘਾਂ ਦੀ ਫੌਜ ਦੀ ਪਿੱਛੇ ਡਿਊਟੀ ਲਾ ਕੇ ਕਿ ਤੁਸੀਂ ਇਹਨਾਂ ਨੂੰ ਰੋਕੋ। ਤੇ 100 ਸਿੰਘ ਨਾਲ ਲੈ ਕੇ ਆਪ ਅੱਗੇ ਚਲੇ ਗਏ। ਅੱਗੇ ਜਾਂਦਿਆਂ ਨੂੰ ਸਰਸਾ ਨਦੀ ਚੜੀ ਹੋਈ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰਤਾ ਕੀਰਤਨ ਕੀਤਾ। 4 ਚੁਫੇਰੇ ਜੰਗ ਹੋ ਰਿਹਾ ਹੈ। ਸਰਸਾ ਨਦੀ ਚੜੀ ਹੋਈ। ਹਰ ਰੋ ਪਾਰ ਕਰਨ ਲੱਗਿਆਂ, ਜਿਸ ਵਿੱਚ ਮਹਾਰਾਜ ਜੀ ਹੋਰਾਂ ਦੇ ਆਪਣੇ ਖੁਦ ਤੇ ਪਾਵਨ ਹੱਥਾਂ ਨਾਲ ਲਿਖੇ ਹੋਏ ਗ੍ਰੰਥ ਉਹ ਰੁੜ ਗਏ।
बहुत कीमती लिटरेचर रुड़ गया, बहुत सिख रुड़ गए। अगले पासे सरसा नदी ते गए ते रोपड़ दे पठाना ने अगों घेर लिया। आनंदपुर साहब नूं घेरा बाई धार दे राजियां दी फौजां ने, सरहंद दे सूबे दी फौज, मलेरकोटले दे पठान सरदारां दी फौजां ये नाल सन। बाद विच जदों छोटे साहिबजादियां नूं कंधां विच चिणन दी गल हुई, उस वेले इन्हां ने उन्हां दा साथ छड्ड दिता सी बाकी मुसलमानां दा। ते लाहौर दे सूबे दी सारी फौज, मलेरकोटले दी, सरहंद दी, भाव सारे पंजाब दी फौज ते बाई धार राजियां दी फौज। ते उत्थे जदों इन्ने महीने हो गए सन, 7-8 महीने जंग नूं, ते इन्हां ने औरंगजेब नूं चिट्ठी लिखी सी कि इत्थे बहुत फौज दी लोड़ है। औरंगजेब ने उधर मराठियां नाल संधि करके सारी फौज इधर लै आंदी। ते जदों महाराज जी रोपड़ दे पठानां नूं 40 सिंह नाल हन, वड्डे साहिबजादे नाल हन, उन्हां पठानां नूं पछाड़ के अगे निकले ते अगों एक प्राणी घोड़े ते आउंदा सी। उन्हें महाराज जी होरां नूं इशारे नाल खिलारिया ते कोल आके महाराज जी होरां दे घोड़े दे कोल आके कहन लगा जी कि मैं दिल्लियों खबर लैके आया हाँ कि औरंगजेब दी सारी फौज इधर आ रही है ते मेरे मगर आ रही है, तुसी इधर ना जाओ। महाराज जी उत्थे रुक गए। पिछले पासे वो फौजां हन जिन्हां ने घेरा पाया होया सी आनंदपुर साहब नूं, अगले पासों दिल्ली तो फौज आ रही है लखां दी गिनती। उत्थे ही लागे पिंड चमकौर उसका नाम सी। उस पिंड वाल नूं लगाम मोड़ ली घोड़े थी। तो उस पिंड विच एक उच्ची थां ते बनी, बहुता उच्चा कोई पहाड़ी ते नहीं सी, पर उंजी थोड़े उच्चे थां ते एक हवेली बनी हुई सी। कच्ची हवेली सी। वो 2 मुसलमान भरावां दी सी। महाराज जी होरां उन्हां नूं बुला के कहा कि सानू ये हवेली चाहिदी है। एक ने कहा जी कि गरीब हाँ, कुछ माया मिल जाए थे। महाराज जी ने उन्हें बहुत गप्फे वरताए। दूसरे ने ना नुक्कर की थी कि औरंगजेब साडे ते कान बच्चा कान कर दो। महाराज जी कहते तुसी अल्लाह ताला ते टेक रखो, तुहानू कुछ नहीं हुंदा, सानू तुसी हवेली दे दो। दूसरा भरा भी मन गया। जो कच्ची हवेली सी, जिड्डा का असी खुद अपने जदों असी छोटे छोटे सां ते साडे घर वाले बच्चों नूं लैके तकरीबन हर साल ही इन्हां दिनां च जांदे हुंदे सन दर्शन कराउण। असी खुद देखी अपनियां अखां नाल वो कच्ची हवेली 6-6.5 फुट उच्ची कोई उहदियां कंधां होणियां
पर अज आप सब कुछ गवा बैठे हैं। उठा के संगमरमर लग गए हैं मिट्टी। वो मिट्टी जिन्हें दर्शन कीते सी उन्हां वक्तां दे, उस मिट्टी जी दे कण कण विच पीड़ समाई हुई सी। वो मिट्टी भी आपां दब दित्ती किधरे। इस संगमरमर दी की कीमत, जो चीज उस मिट्टी विच समाई हुई सी। पर महाराज जी 40 ਸਿੰਘਾਂ नाल उत्थे आ गए। शामां पै गईयां। ਸਿੰਘਾਂ नाल गोष्ठी हो रही। महाराज जी देख लिया। एक मुसलमान ने भी ये साका लिखिया अपने हत्थी। उन्हें लिखिया कि इन्नी ज्यादा फौज सी कि चमकौर तो 12-12 मील तक दूर असी सां। वो मुसलमान फौजदार ने लिखिया। तो महाराज जी उन्होंने ਸਿੰਘਾਂ ਨੂੰ समझाया कि मौका आ गया है। खालसे दे हथ दिखाउण दा दुश्मन नूं। उन्हां दे हथ नहीं आउणा, जींदे जी उन्हां दे हथ नहीं आउणा। ते आपां इत्थों जींदे निकल नहीं सकते, पर आपां इस तरह लड़ना कि जेड़े रहिंदी दुनिया तक दुनिया याद करेगी। उन्होंने तो नहीं कह बचन, पर साडे अंदर आया कि दुनिया याद करेगी कि किसी फकीर ने कदी तलवार उठाई सी। तलवारां ते राजे उठाउंदे रहे, पर तकदीर दी, इतिहास दी तकदीर बदलण लई कदे किसी ने तलवार नहीं उठाई सी। इतिहास दी तकदीर अज आपां ना हुंदे। हाँ जी, हर रोज जो नवा चढ़ रहा है दिन, इस दिन विच हर रोज इस घर दी, इस रस्ते दी, इस जानन दी दा पसारा हो रहा है सारे संसार विच। ते एक दिन आएगा जदों ये रस्ता सारे संसार विच अत अदबा नाल देखा जाएगा ते सत्कारिया जाएगा। इतिहास बदल दिता, आने वाला इतिहास, इतिहास दी तकदीर बदल दी। इतिहास दी तकदीर। राजे लोग ते अपनी तकदीरां लई तलवार उठाउंदे, महाराज जी उन्हें इतिहास दी तकदीर बदल। रात गुजरी, अमृत वेले आसा जी दी वार दा कीर्तन होया, सिमरन होया उच्ची उच्ची। दिने युद्ध शुरू होया। गढ़ी वाल जेड़े भी आउंदे सिख उन्हां नूं दूरों ही तीरां नाल गोलियां नाल भुन देंदे। महाराज जी ऊपर बैठे सन। हाँ जी, लंबी कहानी, लंबी कहानी। शामां तक 40 विचों 20 सिंह शहीद हो गए। ते ਸਿੰਘਾਂ ने सोचा कि महाराज जी होरां अगे बेनती करिए कि तुसी इत्थों चले जाओ दोए साहिबजादियां नूं लैके किसी तरीके नाल।
ਸਿੰਘ ਮਹਾਰਾਜ ਜੀ ਹੋਰਾਂ ਪਾਸ ਗਏ ਤੇ ਜਾਂਦਿਆਂ ਨੂੰ ਦੇਖ ਦੇਖ ਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਹੋਰਾਂ ਅੱਗੇ ਹੱਥ ਜੋੜ ਕੇ ਖਲੋਤੇ ਕਿ ਪਾਤਸ਼ਾਹ ਮੈਨੂੰ ਬਾਹਰ ਜੰਗ ਵਿੱਚ ਜਾਣ ਦੀ ਆਗਿਆ ਦਿੱਤੀ ਜਾਵੇ। ਮਹਾਰਾਜ ਜੀ ਬਹੁਤ ਖੁਸ਼ ਹੋਏ। ਆਗਿਆ ਦਿੱਤੀ। ਸਾਹਿਬਜ਼ਾਦਿਆਂ ਨੇ ਬਾਬਾ ਅਜੀਤ ਸਿੰਘ ਜੀ ਨੇ ਮਹਾਰਾਜ ਜੀ ਹੋਰਾਂ ਦੀਆਂ ਪਰਿਕਰਮਾ ਕੀਤੀਆਂ ਤੇ ਬਾਹਰ ਜਾਣ ਨੂੰ ਤਿਆਰ ਹੋ ਗਏ। ਦਰਵਾਜ਼ਾ ਖੋਲ ਕੇ ਨਾਲ 5 ਸਿੰਘ ਉਸੇ ਵਕਤ ਹੋ ਗਏ। ਦਰਵਾਜ਼ਾ ਖੋਲ ਕੇ ਉਸ ਹਵੇਲੀ ਤੋਂ ਬਾਹਰ ਆ ਗਏ। ਦੂਰੋਂ ਹੀ ਬਹੁਤ ਤੀਰਾਂ ਗੋਲੀਆਂ ਨੇਜਿਆਂ ਨਾਲ ਉਹਨਾਂ ਦਾ ਨੁਕਸਾਨ ਕੀਤਾ। ਆਖਰ ਇਹ 5 ਸਿੰਘ ਤੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ। ਉਹਨਾਂ ਦੇ ਨਾਲ ਵੀ 5 ਸਿੰਘ ਗਏ ਤੇ ਗੱਲ ਜਦੋਂ ਕਰੀਏ ਤਾਂ ਲੱਗਦਾ ਹੈ, ਸੁਣਨ ਵਾਲੇ ਨੂੰ ਲੱਗੇਗਾ ਕਿ ਮੁਮਕਿਨ ਨਹੀਂ ਹੈ, ਪਰ ਇਹ ਪੜ੍ਹਨਾ ਜੀ ਸਾਰਾ ਇਤਿਹਾਸ ਕਿ ਕਿਸ ਤਰ੍ਹਾਂ ਇਹ 5 ਸਿੰਘ ਕਿੰਨਿਆਂ ਨੂੰ ਔਰ ਕਿੰਨਾ ਚਿਰ ਗੜੀ ਦੇ ਲਾਗੇ ਨਹੀਂ ਆਉਣ ਦਿੰਦੇ ਸਨ ਤੇ ਵੱਡੇ ਜਿੰਨੇ ਉਹਨਾਂ ਦੇ ਸਰਦਾਰ ਸਨ ਉਹ ਸਾਰੇ ਮਾਰੇ ਗਏ ਸਨ, 2-3 ਨੂੰ ਛੱਡ ਕੇ। ਰਾਤ ਪੈ ਗਈ। ਮੁਸਲਮਾਨ ਫੌਜਾਂ ਨੇ ਸੋਚਿਆ ਕਿ ਆਪਣਾ ਬਹੁਤ ਨੁਕਸਾਨ ਹੋ ਰਿਹਾ। ਪਿੰਡ ਵਾਲਿਆਂ ਨੂੰ ਪੁੱਛਿਆ ਕਿ ਕਿੰਨੇ ਸਿੰਘ ਹਨ ਅੰਦਰ। ਕਿਸੇ ਨੇ ਕਿਹਾ ਕਿ 40-50 ਹਨ, ਕਿਸੇ ਨੇ ਕਿਹਾ 60, ਜ਼ਿਆਦਾ ਤੋਂ ਜ਼ਿਆਦਾ 70 ਹਨ। ਕਈਆਂ ਨੇ ਕਿਹਾ ਜੀ ਰਾਤ ਨੂੰ ਤੜਕੇ ਬਹੁਤ ਫੌਜ ਆਈ ਸਿੰਘਾਂ ਦੀ ਤੇ ਸਵੇਰੇ ਅੰਦਰ ਕੀਰਤਨ ਹੁੰਦਾ ਸੁਣਦਾ ਸੀ, ਬਹੁਤ ਆਵਾਜ਼ਾਂ ਆਉਂਦੀਆਂ ਸਨ, ਜਾਪਦਾ ਹੈ ਤੜਕੇ ਬੇਅੰਤ ਫੌਜ ਅੰਦਰ ਆ ਗਈ। ਸੋ ਮੁਗਲਾਂ ਨੂੰ ਕੁਛ ਪਤਾ ਨਹੀਂ ਲੱਗ ਰਿਹਾ। ਸਿੰਘ ਸਿਰਫ ਅੰਦਰ 10 ਸਿੰਘ ਰਹਿ ਗਏ ਹਨ ਤੇ ਮਹਾਰਾਜ ਜੀ। ਮੁਗਲਾਂ ਨੇ ਸੋਚਿਆ ਕਿ ਆਪਣਾ ਬਹੁਤ ਨੁਕਸਾਨ ਹੋ ਰਿਹਾ, ਉੱਪਰੋਂ ਰਾਤ ਪੈ ਗਈ ਤੇ ਗੜੀ ਦਾ ਆਪਾਂ ਬਹੁਤ ਸਖਤ ਪਹਿਰਾ ਰੱਖੀਏ, 4 ਚੁਫੇਰੇ ਇਸ ਪਿੰਡ ਦੇ ਸਾਰੀ ਫੌਜ ਬੈਠ ਜਾਵੇ ਕਿ ਕਿਧਰੇ ਨਿਕਲ ਨਾ ਜਾਣ ਤੇ ਅੰਦਰ ਕੁਛ ਨਹੀਂ ਹੈ ਖਾਣ ਪੀਣ ਨੂੰ। 2-3 ਦਿਨਾਂ ਬਾਅਦ ਆਪੇ ਹੀ ਕਾਬੂ ਆ ਜਾਣਾ ਹੈ। ਰਾਤ ਪੈ ਜਾਂਦੀ ਹੈ। 10 ਸਿੰਘ ਤੇ ਮਹਾਰਾਜ ਜੀ ਅੰਦਰ ਹਨ। ਫਿਰ ਅਗਲੇ ਹਫ਼ਤੇ ਆਪਾਂ ਵਿਚਾਰਾਂਗੇ ਕਿ ਮਹਾਰਾਜ ਜੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਾਲਸੇ ਦਾ ਗੁਰੂ ਥਾਪਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਦੇ ਹਨ। ਅਗਲੇ ਐਤਵਾਰ ਆਪਾਂ ਵਿਚਾਰਾਂਗੇ ਕਿ ਸਭ ਕੁਛ ਹੋਇਆ ਇੰਨੀ ਕੀਮਤ ਹੈ ਕਾਹਦੇ ਲਈ? ਸੱਚ ਵਾਸਤੇ ਕਿ ਮਾਨਸ ਦੇਹੀ ਮਿਲੀ ਹੈ, ਸੱਚ ਨੂੰ ਪਾਉਣਾ ਹੈ ਤੇ ਸੱਚ ਨੂੰ ਪਾਉਣ ਲਈ ਕੋਈ ਵੀ ਕੀਮਤ ਦੇਣੀ ਪਵੇ ਉਹ ਵਾਜਿਬ ਹੈ, ਵਾਜਿਬ। ਤੇ ਜੇ ਸੱਚ ਨਹੀਂ ਪਾਇਆ ਤੇ ਫਿਰ ਮਹਾਰਾਜ ਜੀ ਕਹਿੰਦੇ ਬਿਨ ਬੂਝੇ ਬਿਰਥਾ ਹੈ, ਬਿਰਥਾ ਹੈ। ਆਪਾਂ ਸਾਰਿਆਂ ਨੇ ਦੇਖਣਾ ਜੀ, ਆਪਣੇ ਬੱਚਿਆਂ ਨੂੰ ਆਪਾਂ ਸਮਝਾਉਣਾ ਕਿ ਕਹਾਣੀ ਹੈ ਕੀ। ਕਹਾਣੀ ਹੈ ਬਹੁਤ ਲੜਾਈਆਂ ਹੋਈਆਂ ਦੁਨੀਆ ਵਿੱਚ, ਇਤਿਹਾਸ ਰਚੇ ਗਏ, ਪਰ ਤਕਦੀਰ ਦਾ ਇਤਿਹਾਸ
किसी ने बदल दिता सी। इतिहास दी तकदीर बदल दिती सी। जो आने वाला इतिहास सी उहदी तकदीर ही बदल दिती सी। महाराज जी altered the destiny of humanity. He altered the destiny of humanity. मनुखता दी दे इतिहास दी तकदीर बदल दी। You sacrificed your own sons. खालसा मेरी जान की जान, खालसा मेरी जान की जान। महाराज जी दस रहे कि असी अपना शरीर दे देना सानू सौखा है, खालसे दा शरीर दो, खालसे दा शरीर चला जावे वो देखना साडे लिए औखा है। खालसा मेरी जान की जान। वाहिगुरु जी इतिहास जरूर आपां पढ़ना ਆਪਾਂ ਉਹਨਾਂ ਦੀ ਮਿਹਰ ਹੋਈ ਤੇ ਵਿਚਾਰਾਂਗੇ ਵੀ। ਪਹਿਲੇ ਜਾਮੇ ਵਿਚਲਾ ਇਤਿਹਾਸ ਜੀ ਸਾਨੂੰ ਲੱਗਦਾ ਕਿ ਇਤਿਹਾਸ ਤੇ ਇੰਨਾ ਲੰਮਾ ਕਿ ਪਤਾ ਨਹੀਂ ਕਿੰਨੇ ਯੁੱਗ ਲੱਗ ਜਾਣ। ਜੋ ਆਪਾਂ ਪੜ੍ਹਨਾ ਹੈ ਸਾਰਿਆਂ ਨੇ ਤਾਂ ਕਿ ਆਪਾਂ ਨੂੰ ਆਪਣੇ ਵਿਰਸੇ ਦਾ ਪਤਾ ਲੱਗੇ, ਬੱਚਿਆਂ ਨੂੰ ਪੜ੍ਹਾਉਣਾ ਹੈ। ਮੇਰਾ ਸ਼ੌਹ ਤੇ ਰੰਗ ਰੱਤੜੇ ਵਿੱਚ ਜੋ ਇਤਿਹਾਸ ਆ ਰਿਹਾ ਹੈ ਆਪਣਾ ਉਹ ਜ਼ਰੂਰ ਹਰ ਮਹੀਨੇ ਪੜ੍ਹਿਆ ਕਰੋ ਜੀ ਤੇ ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਇਹੋ ਜਿਹਾ ਇਤਿਹਾਸ ਕਦੀ ਕਿਸੇ ਨੇ ਦੇਖਣਾ ਤੇ ਕੀ ਸੁਣਿਆ ਕਿਆਸਿਆ ਵੀ ਨਹੀਂ ਹੋਣਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਸੀ ਕਿ ਇਤਿਹਾਸ ਵਿੱਚ ਸੱਚੀ ਮੁੱਚੀ ਇਸ ਤਰ੍ਹਾਂ ਹੋਇਆ ਸੀ। ਮਹਾਰਾਜ ਜੀ ਔਰੰਗਜ਼ੇਬ ਨੂੰ ਜਦੋਂ ਚਿੱਠੀ ਲਿਖਦੇ ਜਫਰਨਾਮਾ, ਜਿਸ ਦਾ ਮਤਲਬ ਜਿੱਤ ਦੀ ਚਿੱਠੀ, ਤੇ ਉਹਦੇ 'ਚ ਇੰਨਾ ਸ਼ਰਮਸਾਰ ਕਰਦੇ। ਉਹ ਪੜ੍ਹਨੇ ਵਾਲਾ ਹੈ ਜਫਰਨਾਮਾ। ਉਹਦੇ 'ਚ ਮਹਾਰਾਜ ਜੀ ਕਹਿੰਦੇ ਕਿ ਔਰੰਗਜ਼ੇਬ 40 ਸਿੱਖ ਭੁੱਖ ਨ ਪਾਣੇ, ਪੋਹ ਦੇ ਦਿਨ ਦੇ ਉੱਤੇ ਤੂੰ 10 ਲੱਖ ਦੀ ਫੌਜ ਚਾੜ ਦਿੱਤੀ। ਅਸੀਂ ਇੱਕ ਛੋਟੇ ਜਿਹੇ ਹਵੇਲੀ, ਕੱਚੀ ਹਵੇਲੀ ਵਿੱਚ, ਤੇ ਉੱਧਰ 10 ਲੱਖ ਦੀ ਫੌਜ। ਇੰਨਾ ਸ਼ਰਮਸਾਰ ਕੀਤਾ ਹੈ ਉਹਨੂੰ ਕਿ ਆ ਤੇਰੀ ਬਹਾਦਰੀ ਹੈ ਕਿ ਉਹ ਖਤ ਪੜ੍ਹ ਕੇ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ। ਜਫਰਨਾਮਾ ਜ਼ਰੂਰ ਪੜ੍ਹਨਾ ਚਾਹੀਦਾ ਜੀ। ਮਹਾਰਾਜ ਜੀ ਹੋਰਾਂ ਦੇ ਆਪਣੇ ਪਾਵਨ ਹੱਥਾਂ ਦਾ ਲਿਖਿਆ ਹੋਇਆ ਫਾਰਸੀ ਵਿੱਚ ਹੈ, ਪਰ ਉਹਦਾ ਉਲੱਥਾ ਮਿਲ ਜਾਂਦਾ ਹੈ ਪੰਜਾਬੀ ਵਿੱਚ, ਉਲੱਥੇ ਕੀਤੇ ਹੋਏ। ਵਾਹਿਗੁਰੂ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ ਤੇ ਆਪਣੇ ਸਿੱਖਾਂ 'ਚ ਰਿਵਾਇਤ ਹੁੰਦੀ ਸੀ ਕਿ ਇਹਨਾਂ 15 ਦਿਨਾਂ ਵਿੱਚ ਇਹ ਜਦੋਂ ਮਹਾਰਾਜ ਜੀ ਅਨੰਦਪੁਰ ਸਾਹਿਬ ਛੱਡਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਦਿਨ, ਇਹ 15 ਦਿਨ ਤਕਰੀਬਨ ਸਾਰੇ ਸਿੱਖ ਭੋਂ ਤੇ ਸੌਂਦੇ ਹੁੰਦੇ ਸਨ, ਕਿਉਂਕਿ ਮਹਾਰਾਜ ਜੀ ਹੋਰੀਂ ਆਪ, ਮਾਤਾ ਜੀ ਸਾਰੇ ਇਹਨਾਂ ਦਿਨਾਂ ਵਿੱਚ ਜ਼ਮੀਨ ਤੇ ਰਹੇ।
ਤੇ ਰਾਤ ਦਿਨ ਬਹੁਤ ਬੰਦਗੀ ਕੀਤੀ ਜਾਂਦੀ ਸੀ ਤੇ ਵੈਰਾਗ ਪੈਦਾ ਹੁੰਦਾ ਸੀ। ਆਪਾਂ ਨੂੰ ਜ਼ਰੂਰ ਇਹ ਬਹੁਤ ਅਨਮੁੱਲੀਆਂ ਰਵਾਇਤਾਂ ਹਨ ਆਪਣੇ ਇਤਿਹਾਸ ਦੀਆਂ, ਇਹ ਗਵਾਉਣੀਆਂ ਨਹੀਂ ਚਾਹੀਦੀਆਂ। ਵੈਰਾਗ ਜੇ ਪੈਦਾ ਹੋ ਗਿਆ ਤੇ ਬਸ ਉਹਦੇ ਦਰ ਤੇ ਆ ਗਏ। ਤੇ ਇਹਨਾਂ ਦਿਨਾਂ 'ਚ ਆਪਾਂ ਨੂੰ ਚਾਹੀਦਾ ਹੈ ਕਿ ਉਹ ਸਾਰਾ ਇਤਿਹਾਸ ਪੜ੍ਹਿਆ ਜਾਵੇ, ਜ਼ਮੀਨ ਤੇ ਸੁੱਤਾ ਜਾਵੇ ਤੇ ਕੋਈ ਵੀ ਵਿਆਹ ਪਾਰਟੀ ਤੇ ਨਾ ਜਾਇਆ ਜਾਵੇ। ਬਹੁਤ ਬੀਬੇ ਸੀ, ਤੁਸੀਂ ਬਹੁਤ ਸਿਆਣੇ ਹਨ ਜੀ। ਆਪਾਂ ਨੂੰ ਆਪਣਾ ਫਰਜ਼ ਬਣਦਾ ਹੈ, ਜੋ ਆਪਣੇ ਬਜ਼ੁਰਗਾਂ ਨੇ ਇਹ ਰਵਾਇਤਾਂ ਪਾਲੀਆਂ ਸੀ, ਆਪਾਂ ਨੂੰ ਛੋਟੇ ਹੁੰਦਿਆਂ ਨੂੰ ਲੈ ਕੇ ਜਾਂਦੇ ਹੁੰਦੇ ਸਨ ਇਤਿਹਾਸ ਦਿਖਾਉਣ। ਅੱਜ ਆਪਣਾ ਉਹ ਫਰਜ਼ ਹੈ। ਦੁਨੀਆ ਦੇ ਰਾਮ ਰੌਲੇ ਮਾਇਆ ਦੇ ਚੀਕ ਚਿਹਾੜੇ ਵਿੱਚ ਗੁਆਚਣਾ ਨਹੀਂ ਚਾਹੀਦਾ। ਜੀ ਜਪ ਸੱਚ ਸੱਚੀ ਵੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜੇ ਆਪਾਂ ਵਿਚਾਰ ਰਹੇ ਸਾਂ ਕਿ ਇਹਨਾਂ ਦਿਨਾਂ ਵਿੱਚ 1704 ਸੰਚ ਮਹਾਰਾਜ ਜੀ ਹੋਰਾਂ ਨੇ ਉਹਨਾਂ ਦੀਆਂ ਝੂਠੀਆਂ ਕਸਮਾਂ, ਕੁਰਾਨਾਂ ਦੀਆਂ ਕਸਮਾਂ, ਸਭ ਕੁਛ ਸਿੰਘਾਂ ਦੇ ਜ਼ੋਰ ਪਾਉਣ ਤੇ ਮਹਾਰਾਜ ਜੀ ਅਨੰਦਪੁਰ ਸਾਹਿਬ ਤਿਆਗਣ ਨੂੰ ਤਿਆਰ ਹੋ ਗਏ। ਆਪ ਜਾਣਦੇ ਹਨ ਕਿ ਕਸਮਾਂ ਕਿਹੋ ਜਿਹੀਆਂ ਹਨ, ਪਰ ਸਿੰਘਾਂ ਦਾ ਪਿਆਰ ਪਾਲਣਾ ਜ਼ਿਆਦਾ ਜ਼ਰੂਰੀ ਹੈ। ਖਾਲਸੇ ਦਾ ਕਹਾਣੀ ਕਿਸ ਤਰ੍ਹਾਂ ਵਰਤਦੀ ਹੈ ਕਿ ਆਪਾਂ ਪਿਛਲੀ ਵਾਰ ਦੇਖਿਆ ਸੀ ਕਿ ਜਦੋਂ ਸਾਰਾ ਦਿਨ ਜੰਗ ਹੁੰਦਾ ਰਿਹਾ ਤੇ ਕਿਸ ਤਰ੍ਹਾਂ ਲੱਖਾਂ ਦੀਆਂ ਫੌਜਾਂ ਨੂੰ 40 ਸਿੰਘ ਤੇ ਮਹਾਰਾਜ ਜੀ ਗੜੀ ਦੇ ਲਾਗੇ ਨਹੀਂ ਟੁੱਕਣ ਦਿੰਦੇ। ਹੁਣ 21 ਸਿੰਘ ਰਹਿ ਗਏ ਹਨ, ਦੋਵੇਂ ਸਾਹਿਬਜ਼ਾਦੇ ਮਹਾਰਾਜ ਜੀ ਗੜੀ ਵਿੱਚ, ਬਾਕੀ ਦੇ ਸ਼ਹੀਦ ਹੋ ਚੁੱਕੇ। ਸ਼ਾਮਾਂ ਪੈਣ ਲੱਗੀਆਂ ਹਨ। ਪਹਿਲਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹੋਰਾਂ ਨੇ ਮਹਾਰਾਜ ਜੀ ਤੋਂ ਆਗਿਆ ਲੈ ਕੇ, ਉਹਨਾਂ ਦੀ ਪਰਿਕਰਮਾ ਲੈ ਕੇ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਕੇ ਜੰਗ ਕਰਨ ਨੂੰ ਤਿਆਰ ਹੋ ਗਏ। ਨਾਲ 5 ਸਿੰਘ ਤਿਆਰ ਹੋਏ। ਉਹ ਪੜ੍ਹਨ ਸੁਣਨ ਵਾਲਾ ਹੀ ਹੈ ਕਿ ਕਿੰਨਾ ਚਿਰ 17 ਸਾਲ ਦੀ ਉਮਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ। ਫਿਰ ਉਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ 15 ਸਾਲਾਂ ਦੀ ਉਮਰ, ਉਹਨਾਂ ਦੇ ਨਾਲ ਵੀ 5 ਸਿੰਘ ਤਿਆਰ ਹੋਏ। ਉਹ ਵੀ ਗੜੀ ਤੋਂ ਬਾਹਰ ਜਾ ਕੇ ਹਜ਼ਾਰਾਂ ਨੂੰ ਮੌਤ ਦੀ ਨੀਂਦੇ ਸੁਆ ਕੇ ਤੇ ਹੋਰਨਾਂ ਕਈਆਂ ਨੂੰ ਜ਼ਖਮੀ ਕਰਕੇ ਆਖਰ ਆਤਮਿਕ ਸਰੂਪ ਵਿੱਚ ਹੋ ਗਏ। ਹੁਣ
21 ਸਿੰਘਾਂ ਵਿੱਚੋਂ 10 ਸਿੰਘ ਤੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ। ਅੰਦਰ 11 ਸਿੰਘ ਤੇ ਮਹਾਰਾਜ ਜੀ ਹਨ। ਹਨੇਰਾ ਹੋ ਰਿਹਾ ਹੈ। ਦੁਸ਼ਮਣ ਨੇ ਸੋਚਿਆ ਕਿ ਹੁਣ ਤੇ ਇਕੱਲੇ ਗੁਰੂ ਸਾਹਿਬ ਹੀ ਅੰਦਰ ਹਨ ਤੇ ਇਸ ਵੇਲੇ 4 ਚੁਫੇਰਿਓਂ ਗੜੀ ਤੇ ਹਮਲਾ ਕੀਤਾ ਜਾਵੇ ਤੇ ਇਹਨਾਂ ਨੂੰ ਪਕੜ ਲਿਆ ਜਾਏ। ਉਹਨਾਂ ਨੇ 4 ਚੁਫੇਰਿਓਂ ਦਸਤੇ ਬਣ ਕੇ ਗੜੀ ਵੱਲ ਆਏ। ਤਿੰਨਾਂ ਸਾਈਡਾਂ ਤੋਂ ਪਿਛਲੇ ਪਾਸੇ ਪਿੰਡ ਸੀ ਗੜੀ ਦੇ। ਮਹਾਰਾਜ ਜੀ ਹੋਰਾਂ ਨੇ 11 ਸਿੰਘਾਂ ਨੂੰ ਹੁਕਮ ਕੀਤੇ ਕਿ ਜਿੱਧਰ ਅਸੀਂ ਤੀਰ ਚਲਾਉਂਦੇ ਹਾਂ ਤੁਸੀਂ ਵੀ ਉੱਧਰ ਹੀ ਚਲਾਓ। ਤੇ ਸਾਰਿਆਂ ਨੇ ਇਕੱਠਿਆਂ ਇਸ ਤਰ੍ਹਾਂ ਇੱਕ ਦਸਤੇ ਵੱਲ ਮਹਾਰਾਜ ਜੀ ਨੇ ਨਿਸ਼ਾਨਾ ਬੰਨ੍ਹਣਾ ਤੇ ਇਸ ਤਰ੍ਹਾਂ ਮੀਂਹ ਵਰਾਉਣਾ ਕਿ ਉਹ ਜਿਹੜੇ ਅੱਗੇ ਸਨ ਉਹ ਖਤਮ ਹੋ ਜਾਂਦੇ, ਪਿੱਛੇ ਕਾਫੀ ਜ਼ਖਮੀ ਹੋ ਜਾਂਦੇ, ਉਦੋਂ ਪਿਛਲੇ ਘਬਰਾ ਕੇ ਉੱਥੇ ਖਲੋ ਜਾਂਦੇ। 4 ਚੁਫੇਰੇ ਗੜੀ ਦੇ ਇਸ ਤਰ੍ਹਾਂ ਕੀਤਾ। ਦੁਸ਼ਮਣ ਡਹਿਲ ਗਿਆ ਕਿ ਤੇ ਇਕੱਲੇ ਨਹੀਂ, ਤੇ ਬਹੁਤ ਫੌਜ ਹੈ ਜੇ ਅੰਦਰ। ਹੁਣ ਫੌਜਦਾਰਾਂ ਸੂਬੇਦਾਰਾਂ ਨੇ ਮੀਟਿੰਗ ਬੁਲਾਈ ਕਿ ਕੀ ਕੀਤਾ ਜਾਵੇ। ਸਲਾਹ ਇਹ ਬਣੀ ਕਿ ਰਾਤ ਨੂੰ ਗੜੀ ਦੇ 4 ਚੁਫੇਰੇ 3 ਪਾਸੇ ਤੇ ਪਿਛਲੇ ਪਾਸੇ ਪਿੰਡ ਸੀ, ਗੜੀ ਦੇ ਤਿੰਨੇ ਪਾਸੇ ਤੇ ਪਿੰਡ ਦੇ 4 ਚੁਫੇਰੇ ਸਖਤ ਪਹਿਰਾ ਲਾਇਆ ਜਾਵੇ ਕਿ ਬਾਹਰ ਨਾ ਨਿਕਲ ਜਾਣ। ਤੇ ਅੰਦਰ ਕੋਈ ਦਾਣਾ ਪਾਣੀ ਨਹੀਂ ਹੈ, 2-3 ਦਿਨ ਕੱਢਣਗੇ, ਆਪੇ ਇਹਨਾਂ ਹੱਥ ਆ ਜਾਣਾ ਹੈ। ਇਹ ਸਕੀਮ ਬਣਾ ਕੇ ਸਾਰੀ ਫੌਜ ਪਿੱਛੇ ਹਟ ਜਾਂਦੀ ਹੈ ਪਿੰਡ ਦੇ 4 ਚੁਫੇਰੇ। ਮਹਾਰਾਜ ਜੀ ਹੋਰਾਂ ਨੇ ਜਦੋਂ ਦੇਖ ਲਿਆ ਕਿ ਇਹ ਇਹਨਾਂ ਦੀ ਚਾਲ ਹੈ, ਉਹਨਾਂ ਨੇ ਦੀਵਾਨ ਸਜਾਇਆ। ਰਹਿਰਾਸ ਸਾਹਿਬ ਜੀ ਦੇ ਪਾਠ ਹੋਏ, ਕੀਰਤਨ ਹੋਇਆ। ਫਿਰ 11 ਸਿੰਘ ਬਚ ਗਏ ਹਨ। ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਕਾਲਾ ਸਿੰਘ ਜੀ, ਭਾਈ ਜੀਵਨ ਸਿੰਘ ਜੀ। ਇਹਨਾਂ ਸਾਰਿਆਂ ਨੇ ਮਹਾਰਾਜ ਜੀ ਹੋਰਾਂ ਅੱਗੇ ਬੇਨਤੀ ਕੀਤੀ, ਸਲਾਹ ਕਰਕੇ ਪਹਿਲਾਂ ਆਪ, ਕਿ ਪਾਤਸ਼ਾਹ ਸਾਡਾ ਸਿਰ ਤੁਹਾਡੇ ਚਰਨਾਂ 'ਚ ਹੈ, ਜੋ ਹੁਕਮ ਹੈ ਉਹੀ ਕਰਾਂਗੇ, ਪਰ ਇੱਕ ਡਾਢੇ ਪਿਆਰ ਤੇ ਮਾਣ ਨਾਲ ਬੇਨਤੀ ਕਰਨ ਲੱਗੇ ਹਾਂ, ਜੇ ਕਬੂਲ ਹੋਵੇ ਤੇ। ਮਹਾਰਾਜ ਜੀ ਕਹਿੰਦੇ ਦੱਸੋ। ਕਹਿੰਦੇ ਕਿ ਤੁਸੀਂ ਇੱਥੋਂ ਨਿਕਲ ਜਾਓ, ਖਾਲਸਾ ਜੇ ਬੱਚਾ ਹੈ, ਤੁਸੀਂ ਸਲਾਮਤ ਰਹੋਗੇ ਤੇ ਖਾਲਸਾ ਸਲਾਮਤ। ਸਾਡੇ ਵਰਗੇ ਤੁਸੀਂ ਲੱਖਾਂ ਪੈਦਾ ਕਰ ਲੈਣੇ, ਪਰ ਤੁਹਾਡਾ ਇੱਥੋਂ ਬਚ ਕੇ ਨਿਕਲਣਾ ਬਹੁਤ ਜ਼ਰੂਰੀ ਹੈ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਕਿ ਤੁਸੀਂ ਕਹਿ ਰਹੇ ਹੋ ਕਿ ਮੈਂ ਆਪਣੇ ਪੁੱਤਾਂ ਨੂੰ ਇੱਥੇ ਛੱਡ ਕੇ ਆਪ ਚਲੇ ਜਾਵਾਂ? ਕਿਹੋ ਜਿਹਾ ਬਾਪ ਹੋਵਾਂਗਾ ਮੈਂ?
भाई धर्म सिंह जी कहते बादशाह पुत्तां नाल मर मिटना ते दुनिया वाले भी कर जाते हैं, पर जो असी कह रहे हैं, बेनती कर रहे हैं, ये दुनिया वाले नहीं कर सकते, ये सिर्फ तुसी कर सकते। इहदे विच अपनी हार नहीं, ये दा है, ये दा है। ये दा चला के आप दुश्मन नूं हार दे देनी है, उन्हां दे हथ नहीं आउणा। They said that it's not our defeat if you get out of this kachi haveli. It won't be our defeat, it's our next move to defeat the enemy. ये अपनी हार नहीं, दुश्मन नू हार देन दा अपना दाव है, अपनी चाल। महाराज जी उन्हां वल देख के मुस्कुराए, कहने लगे कि अज मैनूं बहुत खुशी कि खालसा एडे वड्डे ते एडे सियाणे फैसले करने दे जोग हो गया है। ये बच्चा नहीं रहा है, ये बच्चा नहीं है। उन्होंने फिर बेनती की कि पातशाह साडी जोदड़ी है, तुहाडे हुक्म दे बच्चे हैं पर जोदड़ी है। महाराज जी कहते ठीक है खालसा जी, इन्ना कह के नेत्र बंद कर ले। कुछ समय सोच विच रहे, फिर अद्धी रात तो बाद जो दुश्मन सारे दिन की लड़ाई का थकिया टुटिया ऊँग रहा है, तो महाराज जी और सिखां नूं हुक्म किया कि पिछली कंध जिहड़ी है इहदे विच सन लाओ, असां इहदे विचों दी पिछले पासों दी बाहर जाना। उन्हें सन लाई। भाई दया सिंह, भाई धर्म सिंह जी, भाई मान सिंह जी बेनती की कि बादशाह असीं तुहानूं कल्लिआं नूं नहीं भेजना चाहते, सानूं नाल जाण दी आग्या दित्ती जाए। महाराज जी कहंदे अकाल पुरख साडे नाल है, असीं कल्ले कदों कहंदे फिर भी प्यार देखो किहो जिहा प्यार, जिस कहानी ये पाई नहीं जा सकती, विस्तार विच दसी कोई दस नहीं सकता। जिस तरह साहिबजादियां दी कहानी कि किस तरह वो हज़ारां नूं उन्होंने इन्नी छोटी उम्र विच इस तरह दे जोर दिखाए कि सुनन वाला भी सुन हो जाता ते दसन वाला भी उहदी भी जबान जम जाएगी। सुनने वाला भी बिल्कुल बच्चे वांगू मासूम, क्योंकि उसका दिमाग सुन हो जाता, ते सुनाने वाला भी, जे सुनाने वाला भी चुप हो जाए, दसी ना जाए, तो सुनने वाला भला की आखू। सुनने वाला पूछता सी ये सारा काज रचाया क्यों सी? रचाया इसलिए सी कि महाराज जी चाहते सी सुखी बसे मोरो परिवार, सुखी बसे मोरो परिवार। सेवक सिख सब करता परिवार। महाराज जी किन्नू कहते? खालसा मेरा सज्जन परिवार। खालसा कहते खालसा मेरो सज्जन परिवारा, खालसा मेरो करतोदा। सुखी बसे मोरो परिवारा, सेवक सिख सब कि खालसा सेवक सिख। सिख सिख है महाराज जी, उन्होंने सिख दे नाल यही लाया है कि एक तो खालसे हो गए,
ਇੱਕ ਸੇਵਕ ਬਣ ਗਏ ਸਿੱਖਿਆ ਲੈ ਕੇ, ਇੱਕ ਸਿੱਖਿਆ ਲੈ ਰਹੇ ਹਨ ਜੀ ਕਿ ਕਿਸ ਤਰ੍ਹਾਂ ਜ਼ਿੰਦਗੀ ਜੀਣ ਦਾ ਢੰਗ ਕੀ ਹੈ। ਮਹਾਰਾਜ ਜੀ ਕਹਿੰਦੇ ਇਹੀ ਇਸ ਕਾਜ ਲਈ ਕਿ ਮੇਰਾ ਪਰਿਵਾਰ ਸੇਵਕ ਸਿੱਖ ਸਾਰੇ ਸੁਖੀ ਬਸਣ। ਇਸ ਲਈ ਜਾਣ ਤੋਂ ਪਹਿਲਾਂ ਮਹਾਰਾਜ ਜੀ ਹੋਰਾਂ ਨੇ ਹੁਣ 11 ਸਿੰਘਾਂ ਵਿੱਚੋਂ 3 ਸਿੰਘ ਜਾਣ ਲਈ ਨਾਲ ਜਾਣੇ ਹਨ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ, ਤੇ 8 ਸਿੰਘ ਅੰਦਰ ਹਨ, ਭਾਈ ਸੰਤ ਸਿੰਘ ਜੀ, ਭਾਈ ਸੰਗਤ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਭਾਈ ਕੇਰ ਸਿੰਘ, ਭਾਈ ਕਾਲਾ ਸਿੰਘ ਜੀ, ਭਾਈ ਜੀਵਨ ਸਿੰਘ। ਮਹਾਰਾਜ ਜੀ ਹੋਰਾਂ ਨੇ ਭਾਈ ਰਾਮ ਸਿੰਘ, ਭਾਈ ਸੰਤ ਸਿੰਘ, ਸੰਤੋਖ ਸਿੰਘ ਜੀ, ਭਾਈ ਦੇਵਾ ਸਿੰਘ ਜੀ ਤੇ ਭਾਈ ਕੇਰ ਸਿੰਘ ਜੀ ਦੀ ਡਿਊਟੀ ਲਾਈ ਕਿ ਤੁਸਾਂ ਚੌਹਾਂ ਨੇ ਹਵੇਲੀ ਦੀ ਇੱਕ ਇੱਕ ਬਾਈ ਸਾਂਭਣੀ ਹੈ। ਤੇ 2 ਸਿੰਘਾਂ ਦੀ ਡਿਊਟੀ ਲਾਈ, ਭਾਈ ਕਾਲਾ ਸਿੰਘ ਜੀ ਤੇ ਭਾਈ ਜੀਵਨ ਸਿੰਘ ਜੀ, ਕਿ ਤੁਸਾਂ ਤੌਂਸੇ ਵਜਾਉਣੇ ਆ ਲੜਾਈ ਵਿੱਚ, ਜਿਸ ਤਰ੍ਹਾਂ ਨਗਾਰੇ ਵਾਂਗੂ। ਭਾਈ ਸੰਤ ਸਿੰਘ ਜੀ ਤੇ ਭਾਈ ਸੰਗਤ ਸਿੰਘ ਜੀ 2 ਸਿੰਘ। ਕਮਾਲ ਹੈ ਸਭ ਕੁਛ ਕਿ ਹਿਸਟਰੀ ਵਿੱਚ ਲਿਖਿਆ ਹੈ, ਕੁਛ ਲਿਖਣ ਵਾਲਿਆਂ ਨੇ ਲਿਖਿਆ ਹੈ ਕਿ ਮਹਾਰਾਜ ਜੀ ਹੋਰਾਂ ਨੇ ਆਪਣੀ ਕਲਗੀ ਭਾਈ ਸੰਤ ਸਿੰਘ ਜੀ ਦੇ ਸੀਸ ਤੇ ਆਪ ਸਜਾਈ ਤੇ ਉਹਨੂੰ ਉੱਚੀ ਜਗ੍ਹਾ ਬਿਠਾਇਆ ਜਿੱਥੇ ਆਪ ਬੈਠੇ ਸਨ, ਤਾਂ ਕਿ ਮੁਗਲ ਸਮਝ ਸਕਣ ਕਿ ਗੁਰੂ ਸਾਹਿਬ ਅੰਦਰ ਹੀ ਹਨ। ਤੇ ਭਾਈ ਸੰਤ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਬਿਠਾਏ ਦੋਵੇਂ। ਤੇ ਕੁਝ ਹੋਰ ਤਵਾਰੀਖ ਲਿਖਣ ਵਾਲਿਆਂ ਨੇ ਲਿਖਿਆ ਕਿ ਭਾਈ ਸੰਗਤ ਸਿੰਘ ਜੀ ਦਾ ਚਿਹਰਾ ਮੋਹਰਾ ਮਹਾਰਾਜ ਜੀ ਹੋਰਾਂ ਨਾਲ ਮਿਲਦਾ ਸੀ ਉਹਨਾਂ ਦੇ ਸੀਸ ਤੇ। ਬਹੁਤ ਅਜੀਬ ਹੈ ਕਿ ਹਿਸਟਰੀ ਵਿੱਚ ਵੀ ਇਹ ਪਤਾ, ਇਹਦਾ ਕੋਈ ਫਿਕਰ ਨਹੀਂ ਕਰਨਾ ਜੀ। ਉਹ ਸਾਰੇ ਸਿੰਘ ਹੀ ਮਹਾਰਾਜ ਜੀ ਹੋਰਾਂ ਨੂੰ ਇਸ ਤਰ੍ਹਾਂ ਪ੍ਰਵਾਨ ਹੋਏ। ਨਾ ਕੀ ਹੈ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਬਹੁਤਾ, ਪਰ ਇੱਥੇ ਵੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਲਿਖੀ ਹਿਸਟਰੀ ਉਹਨਾਂ ਕੋਲੋਂ ਵੀ ਇਹ ਕਿਸ ਤਰ੍ਹਾਂ ਹੋਇਆ। ਲੱਗਦਾ ਕਿ ਜਿਸ ਤਰ੍ਹਾਂ ਹਿਸਟਰੀ ਡਰ ਕੇ ਅੰਦਰ ਵੜ ਗਈ ਸੀ, ਉਹਨੂੰ ਖੁਦ ਨਹੀਂ ਪਤਾ ਲੱਗਦਾ ਸੀ ਕੀ ਲਿਖਣਾ। Had Maharaj Ji dressed his Kalgi fume, and the others say that it was by Sangat Singh Ji. And it seems like the historians themselves became either unconscious or they themselves got gone into hiding, or maybe they could not pick up the pens to write the history, or maybe the pens got disappeared. महाराज जी अद्धी रात तो बाद दे समय मलकड़े जे गड़ी के पिछले पासों दी बाहर निकली ते तिन्ना ਸਿੰਘਾਂ ਨੂੰ हुक्म दिता कि वो जो तारा उस तारे दी सेध नूं होना है।
देखो हर एक फील्ड विच महाराज किस तरह तारे की सेध बिल्कुल एक ही लाइन विच होनी, होर कोई किस तरह की एट एवरी स्टेप हाउ प्रिसाइज इज हिज एवरी डीड, एवरी एक्शन। मिसालां जो लाइट हुंदी वो लैंपां जिहियां हुंदियां सन, उन्हां विच तेल पाया हुंदा सी, वो जगदियां सी। मिसालां वाले हन रात नूं मिसालां लई फिरदे, बाकी फौज परां दूर जाके हटवीं कि रात नूं सिंह हमला ना करते। महाराज जी जदों इस कच्ची हवेली तो थोड़ी देर दूर जाते हैं ते ताड़ी मार के आखते हैं हिंद दा पीर चलिया जी। 3 बार बचन किया हिंद दा पीर चलिया जी। और एकदम वो मशालों वाले उधर नूं गए। महाराज जी तैयारी करके निकले सन, उन्हां कोल तीर हन, तलवार उन्होंने महाराज जी होरां ने तीरां नाल विन दिता। इन्ने चिर नूं कच्ची हवेली विच खबर हो गई कि महाराज जी होरां ने की कौतक रचिया है। इधरों भाई काला सिंह ते भाई जीवन सिंह जी ने तौंसे बहुत जोर नाल बजाए। सिंघां ने बाकी जो 6 सिंह सी उन्होंने तीर 4 चफेरे छड्डे पूरी ताकत नाल ते पूरी फुर्ती नाल। वो हफड़ा दफड़ी च पता न लगे। फौजां नूं कुछ ने समझा कि बाहरों सिंघां ने जिधरों आवाज आई है उधरों होर सिंह आन पे हैं। कईयां ने सोचा कि अंदर सिंघां ने जंग मचाया है, रात दा हनेरा है। वो हफड़ा दफड़ी मच गई, अपने आप विच ही कट वड शुरू हो गई। फिर अगले हफ्ते देखेंगे। अज देखना प्यार महाराज जी होरां दा कि सब कुछ किस तरह का आपां नूं प्यार करते हैं। आ मिल गुर सिखा मिल, तू मेरे गुरु के प्यारे। उन्हां दा प्यार देखना। कोई दुनिया का राजा अपना ताज किसी नूं दे नहीं सकता, मौत उन्होंने परवान होएगी। मर जाते वो अपना ताज किसी नूं दे नहीं सकते। किसी नूं देना तो एक पासे, इत्थे कलगी किसी नूं देनी तो एक पासे रही, अपने हथी कलगी सजाई, हथी कलगी सी। लुक एट द 2 साइड्स। एक दुनियावी राजे हैं, एक दरगाही राजा है। दुनियावी राजे किहो जाते और दरगाही राजा किहो जाते। When the time came to put a value on his Khalsa, he put the same value on Khalsa as was his. What a love! What a love! World talks about love. This is love. This is love. Vaheguru जी एहो जे दिन सन। आफतां भी किहो जिहियां, समय भी किहो जे, ते उस समय वो आफतां चलन वाले भी किहो जे। वाहिगुरू जी तुहाडा प्यार महाराज जी होरां वल देख के जे कोई देख सके तो जरूर हैरान हो कि तुसी कदी मिस नहीं करते। देख सकते हैं कि किहो जिहा जीवन महाराज जी होरां ने आपां नूं दिखाया है कि मानस देह जे मिली है तो कितनी कीमती है। इहदे विचले वसदे सच नूं पाउणा कितना जरूरी है। उन्नू पाउण वास्ते
दुनिया की कोई चीज भी, इथों तक कि शरीर भी त्याग देना मुनासिब है। उस सच नूं बोल ले बस। जिन्ना जिन्ना दे भागां च ये उन्हां दी नदर होवे ते तां ये चीज नजरी आउंदी है। भागां वालियां दे ते उन्हां दी नदर पवे ते भागां वाले बनते हैं। जी आया नू, जी आया नू, बहुत प्यार ना। वाहिगुरू।